ਬੱਚਿਓ ਅੱਜ ਆਪਾਂ 8ਵੀਂ ਜਮਾਤ ਦਾ 7ਵਾਂ ਪਾਠ ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ ਦੇ ਬਾਰੇ ਪੜਾਂਗੇ। ਪੌਦੇ ਅਤੇ ਜੰਤੂ ਦੀ ਸੁਰੱਖਿਆ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਲਈ ਜਾਣਨਾ ਜ਼ਰੂਰੀ ਹੈ ਜੰਗਲ ਕਿ ਜੰਗਲ ਕੀ ਹੁੰਦੇ ਹਨ, ਜਿਸ ਨੂੰ ਆਪਾਂ ਫੋਰੈਸਟ ਵੀ ਆਖਦੇ ਹਾਂ। ਜੰਗਲ ਇੱਕ ਐਸੀ ਵਿਸ਼ਾਲ ਜਗ੍ਹਾ ਹੈ ਜਿੱਥੇ ਬਹੁਤ ਸਾਰੇ ਦਰਖਤ ਹੁੰਦੇ ਹਨ। ਬਹੁਤ ਸਾਰੇ ਦਰਖਤਾਂ ਦੀ ਇਸ ਵਿਸ਼ਾਲ ਜਗ੍ਹਾ ਨੂੰ ਜੰਗਲ ਕਿਹਾ ਜਾਂਦਾ ਹੈ, ਜਿਸ ਵਿੱਚ ਪੌਦਿਆਂ ਅਤੇ ਜੰਤੂਆਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਇੱਕੋ ਹੀ ਜਗ੍ਹਾ 'ਤੇ ਪਾਈਆਂ ਜਾਂਦੀਆਂ ਹਨ। ਜੰਗਲ ਤੁਸੀਂ ਆਮ ਤੌਰ 'ਤੇ ਦੇਖੇ ਹੀ ਹੋਣਗੇ। ਸਭ ਤੋਂ ਪਹਿਲਾ ਜਿਹੜਾ ਜੰਗਲਾਂ ਨੂੰ ਖਤਰਾ ਹੈ ਉਹ ਹੈ ਜੰਗਲਾਂ ਦੀ ਕਟਾਈ, ਜੋ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਹੋ ਰਹੀ ਹੈ। ਜੰਗਲਾਂ ਨੂੰ ਖਤਮ ਕਰਕੇ ਪ੍ਰਾਪਤ ਭੂਮੀ ਨੂੰ ਹੋਰ ਕੰਮਾਂ ਦੀ ਵਰਤੋਂ ਵਿੱਚ ਲਿਆਉਣਾ ਨੂੰ ਜੰਗਲਾਂ ਦੀ ਕਟਾਈ ਕਿਹਾ ਜਾਂਦਾ ਹੈ। ਇਹ ਜੰਗਲਾਂ ਦੀ ਕਟਾਈ ਕਿਉਂ ਕੀਤੀ ਜਾਂਦੀ ਹੈ, ਇਸ ਦੇ ਪਿੱਛੇ ਕੀ ਕਾਰਨ ਹਨ? ਜੰਗਲਾਂ ਦੀ ਕਟਾਈ ਦੇ ਪਿੱਛੇ ਦੋ ਮੁੱਖ ਕਾਰਨ ਹਨ। ਸਭ ਤੋਂ ਪਹਿਲਾ ਕਾਰਨ ਮਨੁੱਖੀ ਕਾਰਨ ਅਤੇ ਦੂਜਾ ਕਾਰਨ ਹੈ ਕੁਦਰਤੀ ਕਾਰਨ। ਮਨੁੱਖੀ ਕਾਰਨ ਦੇ ਵਿੱਚ ਮਨੁੱਖ ਜ਼ਿੰਮੇਵਾਰ ਹੈ ਜੰਗਲਾਂ ਦੀ ਕਟਾਈ ਦੇ ਲਈ, ਅਤੇ ਕੁਦਰਤੀ ਕਾਰਨ ਦੇ ਵਿੱਚ ਜੋ ਕਾਰਨ ਕੁਦਰਤ ਵਿੱਚ ਆਪਣੇ ਆਪ ਪੈਦਾ ਹੁੰਦੇ ਹਨ ਅਤੇ ਜਿਸ ਕਰਕੇ ਜੰਗਲ ਨਸ਼ਟ ਹੋ ਜਾਂਦੇ ਹਨ। ਸਭ ਤੋਂ ਪਹਿਲਾਂ ਆਪਾਂ ਮਨੁੱਖੀ ਕਾਰਨ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਮਨੁੱਖੀ ਕਾਰਨ ਜੰਗਲਾਂ ਦੀ ਕਟਾਈ ਦਾ ਹੈ ਖੇਤੀਬਾੜੀ ਦੇ ਲਈ ਭੂਮੀ ਪ੍ਰਾਪਤ ਕਰਨਾ। ਮਨੁੱਖ ਜੋ ਹੈ ਖੇਤੀਬਾੜੀ ਕਰਨ ਦੇ ਲਈ ਜੰਗਲਾਂ ਵਿੱਚ ਰੁੱਖਾਂ ਦੀ ਲਗਾਤਾਰ ਕਟਾਈ ਕਰ ਰਿਹਾ ਹੈ ਤਾਂ ਜੋ ਉਹ ਉਸ ਜਗ੍ਹਾ ਨੂੰ ਖਾਲੀ ਕਰਕੇ ਉਸ ਨੂੰ ਖੇਤੀਬਾੜੀ ਦੇ ਲਈ ਵਰਤ ਸਕੇ, ਕਿਉਂਕਿ ਜੰਗਲ ਆਮ ਤੌਰ 'ਤੇ ਬਹੁਤ ਵੱਡੇ ਵਿਸ਼ਾਲ ਖੇਤਰ ਦੇ ਵਿੱਚ ਫੈਲੇ ਹੁੰਦੇ ਹਨ ਜਿੱਥੇ ਦਰਖਤ ਹੀ ਦਰਖਤ ਹਨ। ਦੂਜਾ ਕਾਰਨ ਹੈ ਘਰਾਂ ਦੇ ਨਿਰਮਾਣ ਲਈ, ਕਿਉਂਕਿ ਜਿਵੇਂ ਜਿਵੇਂ ਜਨਸੰਖਿਆ ਵੱਧਦੀ ਜਾ ਰਹੀ ਹੈ, ਰਹਿਣ ਦੇ ਲਈ ਜਗ੍ਹਾ ਵੀ ਇੱਕ ਬਹੁਤ ਵੱਡੀ ਮੁਸੀਬਤ ਹਨ। ਤਾਂ ਜੰਗਲਾਂ ਦੀ ਕਟਾਈ ਕਰਕੇ ਦਰਖਤਾਂ ਨੂੰ ਕੱਟ ਕੇ ਜਗ੍ਹਾ ਨੂੰ ਖਾਲੀ ਕੀਤਾ ਜਾ ਰਿਹਾ ਹੈ ਤਾਂ ਜੋ ਉੱਥੇ ਲੋਕਾਂ ਦੇ ਘਰਾਂ ਦੇ ਰਹਿਣ ਲਈ ਘਰਾਂ ਦਾ ਨਿਰਮਾਣ ਹੋ ਸਕੇ। ਜਿਵੇਂ ਜਨਸੰਖਿਆ ਵੱਧ ਰਹੀ ਹੈ ਤਾਂ ਉਹਨਾਂ ਨੂੰ ਕੰਮ ਦੀ ਲੋੜ ਵੀ ਵੱਧ ਰਹੀ ਹੈ, ਜਿਸ ਲਈ ਬਹੁਤ ਸਾਰੇ ਕਾਰਖਾਨੇ ਹਰ ਰੋਜ਼ ਸਥਾਪਿਤ ਕੀਤੇ ਜਾਂਦੇ ਹਨ। ਸੋ ਕਾਰਖਾਨਿਆਂ ਦੀ ਸਥਾਪਨਾ ਦੇ ਲਈ, ਉਹਨਾਂ ਦੇ ਨਿਰਮਾਣ ਦੇ ਲਈ ਵੀ ਜਗ੍ਹਾ ਦੀ ਲੋੜ ਹੈ। ਇਹ ਜਗ੍ਹਾ ਪ੍ਰਾਪਤ ਕਰਨ ਲਈ ਵੀ ਜੰਗਲਾਂ ਦੀ ਕਟਾਈ ਕੀਤੀ ਜਾਂਦੀ ਹੈ। ਜੰਗਲਾਂ ਦੀ ਕਟਾਈ ਜਦੋਂ ਰੁੱਖਾਂ ਨੂੰ ਕੱਟਦੇ ਹਾਂ ਤਾਂ ਲੱਕੜੀ ਨੁਮਾ ਰੁੱਖਾਂ ਦੀ ਜੋ ਲੱਕੜ ਹੈ ਉਸ ਨੂੰ ਫਰਨੀਚਰ ਆਦਿ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ, ਉਸ ਲਈ ਵੀ ਰੁੱਖਾਂ ਦੀ ਕਟਾਈ ਕੀਤੀ ਜਾਂਦੀ ਹੈ। ਅਤੇ ਇੱਕ ਹੋਰ ਕਾਰਨ ਹੈ ਲੱਕੜੀ ਦੇ ਬਾਲਣ ਦੇ ਲਈ। ਜੰਗਲਾਂ ਦੇ ਆਸ-ਪਾਸ ਜੋ ਲੋਕ ਰਹਿੰਦੇ ਹਨ ਉਹ ਜੰਗਲਾਂ 'ਤੇ ਕਾਫੀ ਕੰਮਾਂ ਲਈ ਨਿਰਭਰ ਕਰਦੇ ਹਨ। ਲੱਕੜ ਨੂੰ ਬਾਲਣ ਦੇ ਰੂਪ ਵਿੱਚ ਵਰਤੋਂ ਕਰਨ ਲਈ ਵੀ ਮਨੁੱਖ ਜੰਗਲਾਂ ਦੀ ਕਟਾਈ ਕਰਦਾ ਹੈ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕੁਦਰਤੀ ਕਾਰਨ। ਜੰਗਲਾਂ ਦੇ ਵਿੱਚ ਕੁਦਰਤੀ ਤੌਰ 'ਤੇ ਅੱਗ ਲੱਗਣਾ, ਜਿਸ ਨੂੰ ਫੋਰੈਸਟ ਫਾਇਰ ਵੀ ਕਿਹਾ ਜਾਂਦਾ ਹੈ। ਬੱਚਿਓ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਜਦੋਂ ਕਣਕ ਪੱਕ ਕੇ ਤਿਆਰ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਗਰਮੀ ਦੇ ਕਾਰਨ ਕਈ ਵਾਰ ਕਣਕ ਦੇ ਵਿੱਚ ਆਪਣੇ ਆਪ ਹੀ ਅੱਗ ਲੱਗ ਜਾਂਦੀ ਹੈ। ਉਸ ਤਰ੍ਹਾਂ ਬਹੁਤ ਜ਼ਿਆਦਾ ਤਾਪਮਾਨ ਵਧਣ 'ਤੇ ਕਈ ਵਾਰ ਜੰਗਲ ਆਪਣੇ ਆਪ ਹੀ ਅੱਗ ਫੜ ਲੈਂਦੇ ਹਨ, ਜਿਸ ਨੂੰ ਫੋਰੈਸਟ ਫਾਇਰ ਜਾਂ ਜੰਗਲ ਨੂੰ ਅੱਗ ਲੱਗਣਾ ਕਹਿੰਦੇ ਹਾਂ। ਜਿਵੇਂ ਕਿ ਪਿੱਛੇ ਜੇ ਸਾਰਿਆਂ ਨੇ ਖਬਰਾਂ ਦੇ ਵਿੱਚ ਦੇਖਿਆ ਹੀ ਹੋਵੇਗਾ ਕਿ ਆਸਟ੍ਰੇਲੀਆ ਦੇ ਵਿੱਚ ਘਲੇ ਜੰਗਲਾਂ ਦੇ ਵਿੱਚ ਅੱਗ ਲੱਗਣ ਕਾਰਨ ਜੰਗਲ ਤਹਿਸ ਨਹਿਸ ਹੋ ਗਏ, ਜਿਸ ਨਾਲ ਉਸ ਦੇ ਵਿੱਚ ਲੱਗੇ ਸਾਰੇ ਪੌਦੇ, ਝਾੜੀਆਂ, ਰੁੱਖ ਬੂਟੀਆਂ ਅਤੇ ਜੰਗਲੀ ਜੀਵਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਦੂਜਾ ਕੁਦਰਤੀ ਕਾਰਨ ਹੈ ਸੋਕਾ ਪੈਣਾ। ਜਦੋਂ ਬਾਰਿਸ਼ ਨਹੀਂ ਪੈਂਦੀ, ਸੋਕਾ ਪੈ ਜਾਂਦਾ ਹੈ ਤਾਂ ਜੰਗਲਾਂ ਦੇ ਵਿੱਚ ਰੁੱਖ ਆਪਣੇ ਆਪ ਸੁੱਕਣੇ ਸ਼ੁਰੂ ਹੋ ਜਾਂਦੇ ਹਨ, ਜੋ ਕਿ ਜੰਗਲਾਂ ਦੇ ਨਾਸ਼ ਦਾ ਕਾਰਨ ਬਣ ਜਾਂਦੇ ਹਨ। ਸੋ ਇਹ ਸਨ ਕਾਰਨ ਜਿਨ੍ਹਾਂ ਕਰਕੇ ਜੰਗਲਾਂ ਦੀ ਕਟਾਈ ਹੋ ਰਹੀ ਹੈ। ਹੁਣ ਆਪਾਂ ਪੜ੍ਹਦੇ ਹਾਂ ਕਿ ਜੰਗਲਾਂ ਦੀ ਜੇਕਰ ਕਟਾਈ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਉਸ ਦੇ ਕੀ ਬੁਰੇ ਨਤੀਜੇ ਹੋਣਗੇ। ਜੋ ਕੰਮ ਮਨੁੱਖ ਕਰ ਰਿਹਾ ਹੈ ਜੰਗਲਾਂ ਨੂੰ ਕੱਟ ਕੇ, ਤਾਂ ਕੁਦਰਤੀ ਤੌਰ 'ਤੇ ਉਸ ਦੇ ਨਤੀਜੇ ਵੀ ਮਨੁੱਖ ਨੂੰ ਹੀ ਭੁਗਤਣੇ ਪੈਣਗੇ। ਸਭ ਤੋਂ ਪਹਿਲਾ ਕਾਰਨ ਨਤੀਜਾ ਜੋ ਹੈ ਉਹ ਹੈ ਪ੍ਰਦੂਸ਼ਣ ਦਾ ਪੱਧਰ ਵਧੇਗਾ, ਪੋਲਿਊਸ਼ਨ ਲੈਵਲ ਰਾਈਜ਼ ਕਰੇਗਾ, ਜੋ ਕਿ ਆਪਾਂ ਸਾਰੇ ਦੇਖ ਰਹੇ ਹਾਂ ਕਿ ਜੰਗਲਾਂ ਦੀ ਕਟਾਈ ਕਰਕੇ ਰੁੱਖਾਂ ਦੇ ਵਿੱਚ ਕਮੀ ਆਉਂਦੀ ਹੈ। ਰੁੱਖ ਜੋ ਹਨ ਉਹ ਲਗਾਤਾਰ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਕਰਦੇ ਹਨ, ਕਾਰਬਨ ਡਾਈਆਕਸਾਈਡ ਨੂੰ ਸੋਖਦੇ ਹਨ ਅਤੇ ਆਕਸੀਜਨ ਦਾ ਨਿਰਮਾਣ ਕਰਦੇ ਹਨ। ਸੋ ਇਸ ਕਰਕੇ ਰੁੱਖ ਕੱਟ ਰਹੇ ਹਨ ਤਾਂ ਪ੍ਰਦੂਸ਼ਣ ਦਾ ਪੱਧਰ ਵੀ ਵੱਧ ਰਿਹਾ ਹੈ। ਜਿਵੇਂ ਕਿ ਆਪਾਂ ਹੁਣੇ ਹੀ ਕਿਹਾ ਕਿ ਧਰਤੀ ਦਾ ਤਾਪਮਾਨ ਵਧੇਗਾ, ਕਿਉਂਕਿ ਕਾਰਬਨ ਡਾਈਆਕਸਾਈਡ ਦੀ ਮਾਤਰਾ ਲਗਾਤਾਰ ਵੱਧਦੀ ਜਾ ਰਹੀ ਹੈ, ਕਿਉਂਕਿ ਰੁੱਖ ਕੱਟ ਗਏ ਹਨ, ਜਿਸ ਨੂੰ ਆਪਾਂ ਗਲੋਬਲ ਵਾਰਮਿੰਗ ਵੀ ਕਹਿੰਦੇ ਹਾਂ, ਜਿਸ ਨਾਲ ਧਰਤੀ 'ਤੇ ਗਰਮੀ ਅਤੇ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ। ਭੂਮੀ ਦੇ ਅੰਦਰ ਪਾਣੀ ਦਾ ਪੱਧਰ ਨੀਵਾਂ ਹੋ ਜਾਵੇਗਾ ਰੁੱਖਾਂ ਦੇ ਕਾਰਨ, ਕਿਉਂਕਿ ਕੁਦਰਤੀ ਸੰਤੁਲਨ ਵਿਗੜਦਾ ਹੈ ਤਾਂ ਵਰਖਾ ਦੇ ਵਿੱਚ ਵੀ ਕਮੀ ਆ ਜਾਂਦੀ ਹੈ, ਜਿਸ ਨਾਲ ਭੂਮੀ ਦੇ ਅੰਦਰ ਪਾਣੀ ਦਾ ਪੱਧਰ ਨੀਵਾਂ ਹੋ ਜਾਂਦਾ ਹੈ।
ਜੇਕਰ ਪਾਣੀ ਘਟ ਗਿਆ ਹੈ, ਵਰਖਾ ਦੀ ਮਾਤਰਾ ਵਿੱਚ ਵੀ ਕਮੀ ਆ ਗਈ ਹੈ, ਤਾਂ ਭੂਮੀ ਦੀ ਉਪਜਾਊ ਸ਼ਕਤੀ ਦੇ ਵਿੱਚ ਕਮੀ ਆਉਣਾ ਇੱਕ ਸੁਭਾਵਿਕ ਹੈ ਅਤੇ ਜਿਸ ਨਾਲ ਕੀ ਹੁੰਦਾ ਹੈ, ਸੋਕੇ ਦੀ ਸੰਭਾਵਨਾ ਦੇ ਵਿੱਚ ਵੀ ਵਾਧਾ ਹੋ ਜਾਂਦਾ ਹੈ, ਕਿਉਂਕਿ ਕੁਦਰਤੀ ਅਸੰਤੁਲਨ ਜੋ ਹੈ ਉਹ ਸਾਰੀਆਂ ਹੀ ਗੱਲਾਂ ਨੂੰ ਪ੍ਰਭਾਵਿਤ ਕਰਦਾ ਹੈ। ਵਰਖਾ ਦੇ ਵਿੱਚ ਕਮੀ ਹੋਣਾ, ਧਰਤੀ ਦੇ ਅੰਦਰ ਪਾਣੀ ਦੀ ਮਾਤਰਾ ਦੇ ਵਿੱਚ ਕਮੀ ਆ ਜਾਣਾ, ਉਪਜਾਊ ਸ਼ਕਤੀ ਦੇ ਵਿੱਚ ਘਾਟਾ, ਸੋਕੇ ਦੀ ਸੰਭਾਵਨਾ ਅਤੇ ਕਈ ਵਾਰ ਕੀ ਹੁੰਦਾ ਹੈ, ਹੜ੍ਹ ਆਉਣ ਦੀ ਸੰਭਾਵਨਾ ਦੇ ਵਿੱਚ ਵੀ ਵਾਧਾ ਹੋ ਜਾਂਦਾ ਹੈ, ਕਿਉਂਕਿ ਜ਼ਿਆਦਾਤਰ ਆਪਾਂ ਦੇਖਦੇ ਹਾਂ ਲੋੜੀਂਦੇ ਸਮੇਂ 'ਤੇ ਵਰਖਾ ਨਹੀਂ ਆਉਂਦੀ ਅਤੇ ਜਦੋਂ ਉਸ ਦੀ ਲੋੜ ਨਹੀਂ ਹੁੰਦੀ ਉਦੋਂ ਵਰਖਾ ਕਾਫੀ ਮਾਤਰਾ ਦੇ ਵਿੱਚ ਆ ਜਾਂਦੀ ਹੈ, ਜਿਸ ਨਾਲ ਹੜ੍ਹ ਵੀ ਆ ਸਕਦੇ ਹਨ। ਅਗਲਾ ਕਾਰਨ ਵਰਖਾ ਦੀ ਮਾਤਰਾ ਦੇ ਵਿੱਚ ਕਮੀ ਜੋ ਆਪਾਂ ਪੜ੍ਹ ਰਹੇ ਹਾਂ, ਕਿਉਂਕਿ ਕੁਦਰਤ ਦਾ ਸੰਤੁਲਨ ਵਿਗੜਨ ਕਰਕੇ ਵਰਖਾ ਦੀ ਮਾਤਰਾ ਦੇ ਵਿੱਚ ਭਾਰੀ ਕਮੀ ਆ ਸਕਦੀ ਹੈ, ਜਿਸ ਨਾਲ ਹੜ੍ਹ ਅਤੇ ਸੋਕੇ ਵਰਗੀਆਂ ਕੁਦਰਤੀ ਆਫਤਾਂ ਦੇ ਵਿੱਚ ਵਾਧਾ ਹੁੰਦਾ ਹੈ। ਅਤੇ ਜੰਗਲਾਂ ਦੀ ਕਟਾਈ ਹੋਣ ਕਰਕੇ ਬਹੁਤ ਸਾਰੀਆਂ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਲੁਪਤ ਹੋ ਜਾਣਗੀਆਂ, ਕਿਉਂਕਿ ਜੰਗਲ ਕੁਦਰਤੀ ਤੌਰ 'ਤੇ ਜੰਗਲੀ ਜੀਵਾਂ ਦਾ ਘਰ ਹੈ। ਜਦੋਂ ਉਹਨਾਂ ਦਾ ਘਰ ਹੀ ਨਹੀਂ ਰਿਹਾ ਤਾਂ ਉਹਨਾਂ ਦੀਆਂ ਪ੍ਰਜਾਤੀਆਂ ਲੁਪਤ ਹੋ ਜਾਣਗੀਆਂ, ਕਿਉਂਕਿ ਉਹ ਜੰਗਲਾਂ ਦੇ ਵਿੱਚ ਸੁਰੱਖਿਅਤ ਰਹਿੰਦੇ ਹਨ। ਬਾਹਰ ਉਹਨਾਂ ਨੂੰ ਬਹੁਤ ਸਾਰੇ ਨੁਕਸਾਨ ਝੱਲਣੇ ਪੈਂਦੇ ਹਨ, ਉਹ ਸ਼ਿਕਾਰ ਵੀ ਹੋ ਜਾਂਦਾ ਹੈ ਅਤੇ ਕਈ ਹੋਰ ਕਾਰਨ ਵੀ ਹਨ ਜਿਨ੍ਹਾਂ ਕਰਕੇ ਜੀਵ ਜੰਤੂ ਖਤਮ ਹੁੰਦੇ ਹਨ। ਜੀਵ ਜੰਤੂਆਂ ਦੇ ਨਾਲ ਨਾਲ ਪੌਦਿਆਂ ਦੀਆਂ ਪ੍ਰਜਾਤੀਆਂ ਦੇ ਵਿੱਚ ਵੀ ਕਮੀ ਆ ਜਾਂਦੀਆਂ ਹਨ, ਕਿਉਂਕਿ ਕਈ ਐਸੀਆਂ ਪ੍ਰਜਾਤੀਆਂ ਹੁੰਦੀਆਂ ਹਨ ਜੋ ਸਿਰਫ ਸਾਨੂੰ ਜੰਗਲਾਂ ਦੇ ਵਿੱਚ ਹੀ ਦੇਖਣ ਨੂੰ ਮਿਲਦੀਆਂ ਹਨ। ਹੁਣ ਆਪਾਂ ਦੇਖਦੇ ਹਾਂ ਮਾਰੂਥਲੀਕਰਨ। ਮਾਰੂਥਲੀਕਰਨ ਕਿਸ ਨੂੰ ਕਿਹਾ ਜਾਂਦਾ ਹੈ? ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਦਰਖਤ ਮਿੱਟੀ ਵਿੱਚ ਹੁੰਦੇ ਹਨ, ਦਰਖਤਾਂ ਦੀਆਂ ਜੜ੍ਹਾਂ ਮਿੱਟੀ ਵਿੱਚ ਹੀ ਹੁੰਦੀਆਂ ਹਨ ਅਤੇ ਦਰਖਤ ਮਿੱਟੀ ਨੂੰ ਪਕੜ ਕੇ ਰੱਖਦੇ ਹਨ। ਦਰਖਤ ਮਿੱਟੀ ਦੀ ਉੱਪਰਲੀ ਪਰਤ ਦੇ ਵਿੱਚ ਹੁੰਦੇ ਹਨ। ਜਦੋਂ ਜੰਗਲਾਂ ਦੀ ਕਟਾਈ ਹੁੰਦੀ ਹੈ ਤਾਂ ਦਰਖਤ ਜੜ੍ਹਾਂ ਵਿੱਚੋਂ ਪੱਟੇ ਜਾਂਦੇ ਹਨ, ਤਾਂ ਮਿੱਟੀ ਦੀ ਉੱਪਰ ਵਾਲੀ ਪਰਤ ਪੋਲੀ ਹੋ ਕੇ ਆਸਾਨੀ ਨਾਲ ਵਹਿ ਜਾਂਦੀ ਹੈ, ਜਿਸ ਨੂੰ ਭੌਂ ਖੋਰ ਵੀ ਕਿਹਾ ਜਾਂਦਾ ਹੈ, ਸੋਇਲ ਇਰੋਜਨ। ਸੋ ਜਦੋਂ ਦਰਖਤ ਪੱਟੇ ਜਾਂਦੇ ਹਨ ਜੰਗਲਾਂ ਦੀ ਕਟਾਈ ਕਰਕੇ, ਤਾਂ ਭੌਂ ਖੋਰ ਦੇ ਵਿੱਚ ਵਾਧਾ ਹੋ ਜਾਂਦਾ ਹੈ ਅਤੇ ਜੋ ਉਪਜਾਊ ਲੇਅਰ ਹੈ, ਮਿੱਟੀ ਦੀ ਜੋ ਉਪਜਾਊ ਪਰਤ ਹੈ ਜਿਸ ਵਿੱਚ ਮੱਲੜ ਹੁੰਦਾ ਹੈ, ਉਹ ਵੀ ਘਟ ਜਾਂਦੀ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਦੇ ਵਿੱਚ ਕਮੀ ਆ ਜਾਂਦੀ ਹੈ। ਹੌਲੀ ਹੌਲੀ ਜਿਹੜੀ ਉਪਜਾਊ ਮਿੱਟੀ ਹੈ ਉਹ ਮਰੂਸਥਲ ਦੇ ਵਿੱਚ ਯਾਨੀ ਕਿ ਰੇਗਿਸਤਾਨ ਦੇ ਵਿੱਚ ਬਦਲ ਜਾਂਦੀ ਹੈ, ਜਿਸ ਨੂੰ ਮਰੂਥਲੀਕਰਨ ਆਖਦੇ ਹਨ, ਜਿਸ ਨੂੰ ਡੈਜ਼ਰਟੀਫਿਕੇਸ਼ਨ ਵੀ ਕਿਹਾ ਜਾਂਦਾ ਹੈ। ਸੋ ਜੰਗਲ ਆਪਣੇ ਲਈ ਬਹੁਤ ਜ਼ਰੂਰੀ ਹਨ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਦੇ ਲਈ ਅਤੇ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਲਈ, ਪ੍ਰਦੂਸ਼ਣ ਨੂੰ ਘੱਟ ਕਰਨ ਲਈ ਜੰਗਲਾਂ ਦੀ ਕਟਾਈ ਨਹੀਂ ਹੋਣੀ ਚਾਹੀਦੀ।